Good morning, students. Your next topic is pregnancy and embryonic development. Next one we have done up to implantation ਤੇ ਉਸ ਤੋਂ ਬਾਅਦ pregnancy ਤੇ ਜਿਹੜਾ embryo ਹੈ ਉਹਦੀ development ਕਿਸ ਤਰ੍ਹਾਂ ਹੁੰਦੀ ਹੈ। After implantation ਤੱਕ ਆਪਾਂ ਕਰ ਚੁੱਕੇ ਹਾਂ। implantation ਤੋਂ ਬਾਅਦ finger like projections appear on the trophoblast called chronic villi। trophoblast ਦੇ ਉੱਤੇ trophoblast ਕਰਾਈ ਸੀ ਨਾ। The blastomere in the blastocyst are arranged into an outer layer ਹੁੰਦੀ ਹੈ ਜਿਹੜੀ ਉਹਨੂੰ trophoblast ਕਹਿੰਦੇ ਆ। ਉਹਨਾਂ ਦੀ ਜਿਹੜੀ ਬਾਹਰਲੀ ਲੇਅਰ ਆ ਉਹਨੂੰ ਅਸੀਂ trophoblast ਕਹਿੰਦੇ ਆ। this one embryo ਦੀ ਜਿਹੜੀ ਇਹ ਬਾਹਰਲੀ ਲੇਅਰ ਆ trophoblast ਇਹਦੇ ਉੱਪਰ ਫਿੰਗਰ ਲਾਈਕ ਪ੍ਰੋਜੈਕਸ਼ਨਸ ਅਪੀਅਰ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕ੍ਰੋਨਿਕ ਵਿਲਾਈ। ਉਹ ਕ੍ਰੋਨਿਕ ਵਿਲਾਈ ਦਿਖਾਣੀਆਂ ਨੇ ਇਹਨਾਂ ਨੇ ਇੱਥੇ ਤੁਹਾਨੂੰ ਵਿਲਾਈ ਦਿਖਾਈਆਂ ਨੇ। ਜਿਹੜੀ ਐਮਬਰੀਓ ਦੀ ਬਾਹਰਲੀ ਲੇਅਰ ਆ ਟ੍ਰੋਪੋਬਲਾਸਟ ਉਹ ਤੇ ਫਿੰਗਰ ਲਾਈਕ ਐਵੇਂ ਦੀਆਂ ਪ੍ਰੋਜੈਕਸ਼ਨ ਬਣਨੀਆਂ ਸਟਾਰਟ ਹੋ ਜਾਂਦੀਆਂ ਨੇ ਜਿਹਨੂੰ ਅਸੀਂ ਕਹਿੰਦੇ ਆ ਕ੍ਰੋਨਿਕ ਵਿਲਾਈ। ਉਹਦੇ ਤੋਂ ਪਲੈਸੈਂਟਾ ਬਣਨਾ ਆ। ਕ੍ਰੋਨਿਕ ਵਿਲਾਈ ਵਿਚ ਆਰ ਸਰਾਊਂਡਡ ਬਾਈ ਯੂਟਰਿਨ ਟਿਸ਼ੂ ਜਿਨ੍ਹਾਂ ਦੇ ਆਲੇ ਦੁਆਲੇ ਯੂਟਰਸ ਦਾ ਟਿਸ਼ੂ ਹੁੰਦਾ ਐਂਡ ਮਟਰਨਲ ਬਲੱਡ ਤੇ ਉਸ ਤੋਂ ਬਾਅਦ ਮਦਰ ਦਾ ਬਲੱਡ ਆ ਜਾਂਦਾ ਆ। The chronic villi and the uterine tissue become integrated with each other and jointly form a structural and functional unit between each other and jointly form structural and functional unit between developing embryo and the maternal body called placenta। ਪੁੱਤਰ ਜੀ ਇਹੀ ਤੁਹਾਡੀਆਂ chronic villi ਐਂਡ ਦਾ ਤੁਹਾਡਾ ਮਦਰ ਦੇ ਯੂਟਰਾਈਨ ਟਿਸ਼ੂ ਦੋਨੇ ਆਪਸ ਦੇ ਵਿੱਚ ਮਿਲ ਕੇ ਇੱਕ ਨਵੀਂ ਸਟਰਕਚਰ ਬਣਾਉਂਦੇ ਆ ਜਿਹਨੂੰ ਅਸੀਂ ਪਲੈਸੈਂਟਾ ਕਹਿੰਦੇ ਆ। ਮਤਲਬ ਕਿ ਟ੍ਰੋਪੋਬਲਾਸਟ ਦੀਆਂ ਜਿਹੜੀਆਂ ਫਿੰਗਰ ਲਾਈਕ ਪ੍ਰੋਜੈਕਸ਼ਨ ਹੋਈਆਂ ਸੀ ਕ੍ਰੋਨਿਕ ਵਿਲਾਈ ਉਹਨਾਂ ਕ੍ਰੋਨਿਕ ਵਿਲਾਈ ਕਿਉਂਕਿ ਉਹ ਐਮਬੈਡ ਹੋਇਆ ਮਦਰ ਦੇ ਯੂਟਰਸ 'ਚ ਉਹਨਾਂ ਦੇ ਆਲੇ ਦੁਆਲੇ ਮਦਰ ਦੀ ਜਿਹੜੇ ਤੁਹਾਡੇ ਕੋਲੇ ਹੈਗੀ ਆ ਮੈਟਰਨਲ ਦਾ ਜਿਹੜਾ ਟਿਸ਼ੂ ਆ ਮਦਰ ਦੀ ਜਿਹੜੀ ਆਲੇ ਦੁਆਲੇ ਬੋਡੀ ਆ ਉਹ ਵੀ ਉਹਦੇ ਨਾਲ ਜੁਆਇਨ ਹੋ ਜਾਂਦੀ ਆ। ਉਸ ਤੋਂ ਬਾਅਦ ਬਲੱਡ ਆ ਜਾਂਦਾ ਮਦਰ ਦਾ ਤਾਂ ਉਹ ਜਿਹੜੀ ਇੱਕ ਨਿਊ ਸਟਰਕਚਰ ਬਣਾਉਂਦੀ ਆ ਉਹਨੂੰ ਅਸੀਂ ਕਹਿੰਦੇ ਆ ਪਲੈਸੈਂਟਾ। ਕ੍ਰੋਨਿਕ ਵਿਲਾਈ ਤੇ ਯੂਟਰਾਈਨ ਟਿਸ਼ੂ ਇੱਕ ਦੂਜੇ ਨਾਲ ਜੁੜ ਜਾਂਦੇ ਨੇ ਤੇ ਜੁੜ ਕੇ ਉਹ ਕੀ ਬਣਾਉਂਦੇ ਨੇ ਪਲੈਸੈਂਟਾ। ਇਹ ਪਲੈਸੈਂਟਾ ਕਿਹਦੇ ਵਿੱਚ ਬਣ ਜਾਂਦਾ ਹੁਣ ਡਿਵੈਲਪਿੰਗ ਐਮਬਰੀਓ ਤੇ ਮੈਟਰਨਲ ਬੋਡੀ ਦੇ ਵਿੱਚ। ਦਾ ਪਲੈਸੈਂਟਾ facilitates the supply of oxygen and nutrients to the embryo and removal of carbon dioxide and excretory waste material produced by the embryo। ਤੇ ਪੁੱਤਰ ਜੀ ਜਿਹੜਾ ਇਹ ਪਲੈਸੈਂਟਾ ਆ ਇਹੀ ਨਿਊਟ੍ਰੀਸ਼ਨ ਦਿੰਦਾ ਨੂੰ ਆਕਸੀਜਨ ਵੀ ਇਹਦੇ ਰਾਹੀਂ ਹੀ ਆਉਂਦੀ ਆ ਤੇ ਹੋਰ ਨਿਊਟਰੀਐਂਟਸ ਵੀ ਇਹਦੇ ਰਾਹੀਂ ਐਮਬਰੀਓ ਨੂੰ ਜਾਂਦੇ ਨੇ ਤੇ ਐਮਬਰੀਓ ਤੋਂ ਜਿਹੜਾ ਵੇਸਟ ਮਟੀਰੀਅਲ ਆ ਦਿਸ ਵਨ ਇਜ਼ ਯੋਰ ਐਮਬਰੀਓ ਜਿਹੜਾ ਐਮਬਰੀਓ ਤੋਂ ਥੋੜਾ ਵੇਸਟ ਮਟੀਰੀਅਲ ਆ ਉਹ ਇਹਦੇ ਰਾਹੀਂ ਹੀ ਬਾਹਰ ਜਾਂਦਾ ਚਾਹੇ ਉਹ ਕਾਰਬਨ ਡਾਈਆਕਸਾਈਡ ਆ ਚਾਹੇ ਕੋਈ ਹੋਰ ਵੇਸਟ ਮਟੀਰੀਅਲ ਆ। ਦਿਸ ਵਨ ਇਜ਼ ਯੂਅਰ ਐਮਬਰੀਓ। ਦਿਸ ਵਨ ਐਮਬਰੀਓ ਜਿਹੜਾ ਨਾਲ ਜੁੜਿਆ ਹੋਇਆ ਪਲੈਸੈਂਟਾ ਦੇ ਨਾਲ ਕਿਹਦੇ ਥਰੂ ਅੰਬਲੀਕਲ ਕਾਰਡ। ਇਹ ਅੱਗੇ ਦੱਸਣਗੇ ਉਹ। ਇਹ ਤੁਹਾਡੀ ਯੂਟਰਸ ਦੀ ਕੈਵਿਟੀ ਹੋ ਗਈ ਆ ਕੈਵਿਟੀ ਆ ਯੂਟਰਸ ਦੀ ਤੇ ਆਹ ਤੁਹਾਡਾ ਯੋਕ ਸੈਕ ਆ ਇਹਨੂੰ ਕਹਿੰਦੇ ਨੇ ਯੋਕ ਸੈਕ ਯੂਟਰਸ ਦੀ ਕੈਵਿਟੀ। ਅੰਬਲੀਕਲ ਕਾਰਡ ਜਿਹੜੀ ਤੁਹਾਡੀ ਆ ਇਹ ਕੀ ਹੁੰਦੀ ਆ ਜਿਹੜੀ ਤੁਹਾਡੀ ਧੁੰਨੀ ਹੁੰਦੀ ਆ ਨਾ ਧੁੰਨੀ ਦੇ ਨਾਲ ਇੱਥੇ ਆ ਕੇ ਪਲੈਸੈਂਟਾ ਜੁੜਿਆ ਹੁੰਦਾ ਆ। ਇਹ ਜਿਹੜੀ ਇਹ ਵਾਲੀ ਪਲੈਸੈਂਟਾ ਇਹ ਸੀ ਇੱਥੋਂ ਪਲੈਸੈਂਟਾ ਧੁੰਨੀ ਨਾਲ ਜੁੜਿਆ ਹੋਇਆ ਇੱਥੋਂ ਹੀ ਆਪਣੀ ਬੋਡੀ ਦੇ ਵਿੱਚ ਫੀਡ ਜਾਂਦੀ ਆ। ਜਿਹੜੀ ਇਹ ਧੁੰਨੀ ਨਾਲ ਜੁੜਨ ਵਾਲੀਆਂ ਰੋਡ ਆ ਐਨਿਕ ਇਸ ਜਗ੍ਹਾ ਨਰਵਸ ਨੇ ਆਹ ਨਰਵਸ ਨੂੰ ਅਸੀਂ ਕਹਿ ਦਿੰਦੇ ਹਾਂ ਅੰਬਲੀਕਲ ਕਾਰਡ ਜਿਹੜੀਆਂ ਕਿ ਤੁਹਾਡੀ ਧੁੰਨੀ ਤੋਂ ਲੈ ਕੇ ਪਲੈਸੈਂਟਾ ਤੱਕ ਜਿਹੜੀਆਂ ਨਰਵਸ ਨੇ ਨਰਵਸ ਦਾ ਇੱਕ ਰੋਡ ਸ਼ੇਪ ਬਣੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਕਹਿਤਾ ਅੰਬਲੀਕਲ ਕਾਰਡ ਜਿਹੜੀ ਕਿ ਬਾਏ ਬਰਥ ਵੇਲੇ ਇਸ ਚੀਜ਼ ਨੂੰ ਕੱਟ ਕਰ ਦਿੰਦੇ ਨੇ ਤੇ ਉਹ ਤੁਹਾਡੀ ਧੁੰਨੀ ਦੀ ਫਾਰਮ ਦੇ ਵਿੱਚ ਬਣ ਜਾਂਦਾ ਹੈ। ਪਲੈਸੈਂਟਾ ਇਜ਼ connected to the embryo through an umbilical cord which help in transport of substances to and fro of the embryo।
ਪਲੈਸੈਂਟਾ ਅੰਬਲੀਕਲ ਕਾਰਡ ਦੇ ਨਾਲ ਫੀਟਸ ਦੁਆਰਾ ਜੁੜਿਆ ਹੁੰਦਾ, ਇਹਦੇ ਦੁਆਰਾ ਟਰਾਂਸਪੋਰਟੇਸ਼ਨ ਆਫ ਮਟੀਰੀਅਲਸ ਹੁੰਦੀ ਆ। ਪਲੈਸੈਂਟਾ ਆਲਸੋ ਐਕਟ ਐਜ਼ ਐਂਡੋਕਰਾਈਨ ਟਿਸ਼ੂ ਐਂਡ ਪ੍ਰੋਡਿਊਸ ਸੈਵਰਲ ਪਲੈਸੈਂਟਾ ਹਾਰਮੋਨਸ ਵੀ ਪ੍ਰੋਡਿਊਸ ਕਰਦਾ। ਕਿਹੜੇ ਕਿਹੜੇ ਹਾਰਮੋਨਸ ਉਹ ਪ੍ਰੋਡਿਊਸ ਕਰਦਾ ਆ? ਹਿਊਮਨ ਕ੍ਰੋਨਿਕ ਗਨੈਡੋਟ੍ਰੋਫਿਨ ਬਣਾਉਂਦਾ ਆ, ਹਿਊਮਨ ਕ੍ਰੋਨਿਕ ਗਨੈਡੋਟ੍ਰੋਫਿਨ, ਹਿਊਮਨ ਪਲੈਸੈਂਟਾ ਲੈਕਟੋਜਨ, ਐਸਟ੍ਰੋਜਨ, ਪ੍ਰੋਗੈਸਟਰੋਨ। ਚਾਰ ਪੁੱਤਰ ਜੀ ਤੁਹਾਡੇ ਕੋਲੇ ਕੀ ਨੇ? ਚਾਰ ਹਾਰਮੋਨਸ ਨੇ, ਹਿਊਮਨ ਕ੍ਰੋਨਿਕ ਗਨੈਡੋਟ੍ਰੋਫਿਨ, ਹਿਊਮਨ ਪਲੈਸੈਂਟਾ ਲੈਕਟੋਜਨ, ਐਸਟ੍ਰੋਜਨ ਤੇ ਪ੍ਰੋਗੈਸਟਰੋਨ। In the later phase of pregnancy, another hormone called relaxin is also secreted by the ovary. Relaxin ਨੂੰ ਕੌਣ secrete ਕਰਦਾ? ovary ਨੂੰ। ਪਲੈਸੈਂਟਾ ਤੁਹਾਡਾ ਇਹ ਚਾਰ ਹਾਰਮੋਨ ਬਣਾਉਂਦਾ ਤੇ ovary relaxin ਹਾਰਮੋਨ ਨੂੰ ਰਿਲੀਜ਼ ਕਰਦੀ ਆ। ਹੁਣ ਆਪਾਂ ਇਹਨਾਂ ਦਾ ਅੱਗੇ 1 by 1 ਦੇਖਦੇ ਹਾਂ ਕਿ ਹਾਰਮੋਨਸ ਕੀ ਕਰਦੇ ਨੇ। Let us remember that human gonadotrophin, chronic gonadotrophin, ਲੈਕਟੋਜਨ ਤੇ ਰਿਲੈਕਸਨ ਆਰ ਪ੍ਰੋਡਿਊਸਡ ਇਨ ਵੂਮਨ ਓਨਲੀ ਡਿਊਰਿੰਗ ਪ੍ਰੈਗਨੈਂਸੀ। ਹੁਣ ਜਿਹੜੇ ਗੋਨੈਡੋਟ੍ਰੋਫਿਨ ਆ ਤੇ ਲੈਕਟੋਜਨ ਆ ਤੇ ਰਿਲੈਕਸਨ ਆ, ਇਹ ਤਿੰਨ ਹਾਰਮੋਨ ਸਿਰਫ ਪ੍ਰੈਗਨੈਂਟ ਵੂਮੈਨਸ ਦੇ ਵਿੱਚ ਹੀ ਹੋਣੇ ਨੇ, ਜਿਹੜੀਆਂ ਪ੍ਰੈਗਨੈਂਟ ਵੂਮੈਨ ਨੇ। ਇਨ ਐਡੀਸ਼ਨ ਆਹ ਵਾਲੇ ਐਸਟ੍ਰੋਜਨ, ਪ੍ਰੋਗੈਸਟਰੋਨ ਇਹ ਸਾਰਿਆਂ ਦੇ ਵਿੱਚ ਹੀ ਹੁੰਦੇ ਨੇ। During pregnancy, the level of other hormones like estrogen and progesterone, cortisol, prolactin, thyroxine are increased several folds in the maternal blood. ਜਿਹੜੇ ਬਾਕੀ ਦੇ ਹੋਰ ਹਾਰਮੋਨਸ ਨੇ ਐਸਟ੍ਰੋਜਨ ਤੇ ਪ੍ਰੋਗੈਸਟਰੋਨ, ਪ੍ਰੋਲੈਕਟਿਨ, ਥਾਇਰੋਕਸਿਨ, ਇਹਨਾਂ ਦਾ ਲੈਵਲ ਮਦਰ ਦੇ ਬਲੱਡ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦਾ, ਇਹਨਾਂ ਦੀ ਕੁਆਂਟੀਟੀ ਬਹੁਤ ਵੱਧ ਜਾਂਦੀ ਆ। ਠੀਕ ਆ, ਇਹਨਾਂ ਦੀ ਕੁਆਂਟੀਟੀ ਬਹੁਤ ਵੱਧ ਜਾਂਦੀ ਆ। ਆਹ ਸਿਰਫ ਹੁੰਦੇ ਪ੍ਰੈਗਨੈਂਟ ਵੂਮੈਨ 'ਚ ਨੇ। ਪ੍ਰੈਗਨੈਂਟ ਵੂਮੈਨ 'ਚ ਇਹ ਨਵੇਂ ਹਾਰਮੋਨ ਬਣ ਜਾਂਦੇ ਨੇ, ਇਹਨਾਂ ਦੀ ਕੁਆਂਟੀਟੀ ਇਨਕਰੀਜ਼ ਹੋ ਜਾਂਦੀ ਆ। ਇਨਕਰੀਜ਼ਡ ਪ੍ਰੋਡਕਸ਼ਨ ਆਫ ਥੀਸ ਹਾਰਮੋਨ ਇਜ਼ ਐਸੈਂਸ਼ੀਅਲ ਫਾਰ ਸਪੋਰਟਿੰਗ ਦ ਫੀਟਲ ਗਰੋਥ। ਬੱਚੇ ਦੀ ਗਰੋਥ ਲਈ ਇਹਨਾਂ ਦਾ ਇਨਕਰੀਜ਼ ਹੋਣਾ ਜ਼ਰੂਰੀ ਆ। ਇਹ ਫੀਟਲ ਗਰੋਥ ਲਈ ਵੀ ਜ਼ਰੂਰੀ ਆ। ਉਹਦੀ ਬੋਡੀ ਵਿੱਚ ਮੈਟਾਬੋਲਿਕ ਚੇਂਜਸ ਇਨ ਦਾ ਮਦਰ ਐਂਡ ਮੇਨਟੇਨ ਪ੍ਰੈਗਨੈਂਸੀ ਨੂੰ ਰੱਖਣ ਲਈ ਵੀ ਹੈਲਪ ਕਰਦੇ ਨੇ। ਮਦਰ ਦੀ ਬੋਡੀ ਜਿਹੜੀਆਂ ਚੇਂਜਸ ਆਉਂਦੀਆਂ ਨੇ ਤੇ ਜਿਹੜੇ ਪ੍ਰੈਗਨੈਂਸੀ ਨੂੰ ਰੱਖਦੇ ਆ ਉਹਦੇ ਲਈ ਵੀ ਹੈਲਪ ਕਰਦੇ ਆ। ਇਮੀਡੀਏਟਲੀ ਆਫਟਰ ਇੰਪਲਾਂਟੇਸ਼ਨ ਹੋਣ ਤੋਂ ਬਾਅਦ ਇਨਰ ਸੈੱਲ ਮਾਸ, ਆਹ ਵਾਲਾ ਅੰਦਰਲਾ ਜਿਹੜਾ ਸੈੱਲ ਮਾਸ ਆ that differentiate ਡਿਵਾਈਡ ਹੋਣਾ ਸ਼ੁਰੂ ਹੋ ਜਾਂਦਾ ਹੈ। ਕਾਹਦੇ ਵਿੱਚ? ਇਨਟੂ ਐਨ ਆਊਟਰ ਲੇਅਰ ਐਕਟੋਡਰਮ ਬਣਾਉਂਦਾ ਇਹ, ਇਨਰ ਲੇਅਰ ਐਂਡੋਡਰਮ ਬਣਾਉਂਦਾ ਤੇ ਮੀਜ਼ੋਡਰਮ ਜਿਹੜੀ ਐਕਟੋਡਰਮ ਤੇ ਐਂਡੋਡਰਮ ਦੇ ਵਿੱਚ ਹੁੰਦੀ ਹੈ। 3 ਲੇਅਰਸ ਬਣਦੀਆਂ ਨੇ। +1 'ਚ ਕੀਤੀ ਸੀ ਨਾ ਆਪਾਂ ਸੀਲਪ ਕੈਵਿਟੀ ਡਿਫਰੈਂਸ਼ੀਏਸ਼ਨ, ਡਿਪਲੋਬਲਾਸਟਿਕ ਤੇ ਟ੍ਰਿਪਲੋਬਲਾਸਟਿਕ ਐਨੀਮਲਸ। ਅਸੀਂ ਕੀ ਆ? ਅਸੀਂ ਟ੍ਰਿਪਲੋਬਲਾਸਟਿਕ। ਸਾਡੀ ਬੋਡੀ 3 ਲੇਅਰਸ ਦੀ ਬਣੀ ਹੋਈ ਆ। ਟ੍ਰਿਪਲੋਬਲਾਸਟਿਕ ਆ, ਐਕਟੋਡਰਮ, ਮੀਜ਼ੋਡਰਮ, ਐਂਡੋਡਰਮ। ਐਕਟੋ ਆਊਟਰ ਆ, ਐਂਡੋ ਮੀਜ਼ੋ ਸੈਂਟਰ ਆ, ਐਂਡੋ ਅੰਦਰਲੀ ਲੇਅਰ ਹੈ। ਕੁਐਸਚਨ 1 ਵਰਡ 'ਚੋਂ ਪੁੱਛ ਸਕਦੇ ਆ ਕਿੰਨੀਆਂ ਲੇਅਰਸ ਦੇ ਬਣੇ ਹੋਏ। These 3 layers gives to all tissue। ਇਹਨਾਂ ਸਾਰੀਆਂ ਲੇਅਰਸ ਨੇ ਸਾਰੇ ਟਿਸ਼ੂ ਔਰਗਨਸ ਬਣਾਉਣੇ ਨੇ ਅਡਲਟਸ ਦੇ ਵਿੱਚ। It needs to be mentioned here that inner cell mass contains certain cells called stem cells which have the potency to give rise to all the tissue and organ। ਜਿਹੜੇ inner cell mass ਆ, ਇਹਦੇ ਕੋਲੇ ਕੁਝ ਸੈੱਲ ਅਲੱਗ ਤਰ੍ਹਾਂ ਦੇ ਨੇ, ਉਹਨਾਂ ਨੂੰ ਅਸੀਂ ਸਟੈਮ ਸੈੱਲ ਕਹਿੰਦੇ ਆ। ਉਹਨਾਂ ਸਟੈਮ ਸੈੱਲ ਦੇ ਵਿੱਚ ਬੜੀ ਕਪੈਸਿਟੀ ਆ ਕਾਹਦੀ? ਸਾਰੇ ਟਿਸ਼ੂਜ਼ ਤੇ ਸਾਰੇ ਔਰਗਨ ਬਣਾਉਣ ਦੀ। ਸਟੈਮ ਸੈੱਲ ਦੇ ਵਿੱਚ ਬਹੁਤ ਕਪੈਸਿਟੀ ਆ ਸਾਰੇ ਟਿਸ਼ੂ ਤੇ ਸਾਰੇ ਔਰਗਨ ਬਣਾਉਣ ਦੀ। ਇਹਨਾਂ ਦੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈਣੀ ਆ ਇਸੇ ਚੀਜ਼ ਨੂੰ ਸਮਝਾਉਣ ਦੇ ਲਈ। ਉਹ ਐਗਜ਼ਾਮਪਲ ਕੀ ਆ ਕਿ ਕਈ ਮਤਲਬ ਕਿ ਸਾਇੰਟਿਸਟ ਜਾਂ ਕਈ ਲੋਕ, ਵੈਸੇ ਈਜ਼ੀ ਪ੍ਰੋਸੈਸ ਨਹੀਂ ਹੈਗਾ। ਤੁਸੀਂ ਜੇ ਸੀਰੀਅਲ ਵਗੈਰਾ ਦੇਖਦੇ ਹੋ ਉਹਦੇ 'ਚ ਤੁਹਾਨੂੰ ਦਿਖਾਉਂਦੇ ਆ ਕਿ ਜਿਸ ਤਰ੍ਹਾਂ ਕਿ ਕਿਸੇ ਦੇ ਬੜਾ ਬੇਬੀ ਆ, ਉਹਨੂੰ ਮੈਂ ਕੋਈ ਸੀਰੀਅਲ ਦੇਖਿਆ ਸੀ, ਉਹ ਦਿਖਾਉਂਦੇ ਸੀ ਕਿ ਉਹਨੂੰ ਕੈਂਸਰ ਹੋਇਆ, ਪਰ ਉਹ ਕਹਿੰਦੇ ਉਹਦੀ ਕੋਈ ਠੀਕ ਨਹੀਂ ਹੋ ਸਕਦਾ। ਉਹ ਤਾਂ ਹੀ ਠੀਕ ਹੋ ਸਕੂ ਜੇ ਉਹਨਾਂ ਦੇ ਜਿਹੜਾ ਦੂਸਰਾ ਬੇਬੀ, ਮਦਰ ਪ੍ਰੈਗਨੈਂਟ ਹੋ ਜਾਵੇ ਤੇ ਦੂਸਰੇ ਬੇਬੀ ਦੇ ਡਿਲੀਵਰੀ ਟਾਈਮ ਦੇ ਉੱਤੇ ਉਹਨਾਂ ਨੇ ਆਹ ਸਟੈਮ ਸੈੱਲ ਕੱਢ ਲੈਣੇ ਨੇ। ਇਹ ਸਟੈਮ ਸੈੱਲ ਉਹਨਾਂ ਨੇ ਦੂਸਰੇ ਬੱਚੇ 'ਚ ਪਾ ਦੇਣੇ ਜਿਹਨੂੰ ਕੈਂਸਰ ਆ। ਇਹਨਾਂ ਸਟੈਮ ਸੈੱਲਸ ਨੇ ਉਹਦਾ ਕੈਂਸਰ ਖਤਮ ਕਰ ਦੇਣਾ ਤੇ ਨਵੇਂ ਉਹਦੇ ਹੋਰ ਬੋਡੀ ਦੇ ਵਿੱਚ ਟਿਸ਼ੂਜ਼ ਬਣਨੇ ਸਟਾਰਟ ਹੋ ਜਾਣੇ ਨੇ, ਨਵੇਂ ਸੈੱਲ ਬਣਨੇ ਸਟਾਰਟ ਹੋ ਜਾਣੇ ਨੇ।
ठीक है। ये स्टैम सैल इन्ने इंपॉर्टेंट ने। अक्सर मैं सुनिया होना तुसी भी कि ਜਿਹੜੇ ਆਪਣੇ हीरो हीरोइन ने जिन्होंने ਕੋਲ बहुत पैसा फिल्मां बने ने वो अपने बच्चों के स्टैम सैल ना बचा के रखते हैं। शायद कोई बैंकां बणीਆਂ ਹੋਈਆਂ ਨੇ ਜਿੱਥੇ ਇਹਨੂੰ ਸੇਵ ਕੀਤਾ ਜਾਂਦਾ ਆ। ਮੈਂ ਸੁਣਿਆ ਹੀ ਆ, ਇਹ ਟਰੂ ਆ ਜਾਂ ਫਾਲਸ ਆ ਮੈਨੂੰ ਨਹੀਂ ਪਤਾ। ਹਾਂ ਇਹ ਗੱਲ ਟਰੂ ਆ ਕਿ ਸਟੈਮ ਸੈੱਲ ਤੋਂ ਨਵੇਂ ਬਣਦੇ ਆ ਤੇ ਸਟੈਮ ਸੈੱਲਸ ਤੋਂ ਨਵੇਂ ਸੈੱਲ ਬਣਦੇ ਆ। ਸੋ ਨੈਕਸਟ, ਇਨ ਹਿਊਮਨ ਬੀਇੰਗ ਆਫਟਰ 1 month of pregnancy, 1 ਮਹੀਨੇ ਦੀ ਪ੍ਰੈਗਨੈਂਸੀ ਤੋਂ ਬਾਅਦ ਦਾ ਐਮਬਰੀਓ ਦਾ ਹਾਰਟ ਬਣ ਜਾਂਦਾ ਆ 1 month ਦੇ ਬਾਅਦ। ਫਸਟ ਸਾਈਨ ਉਹ ਪਹਿਲਾ ਸਾਈਨ ਹੀ ਗਰੋਇੰਗ ਫੀਟਸ ਦਾ ਇਹੀ ਨੋਟਿਸ ਕੀਤਾ ਜਾਂਦਾ ਉਹਦੀ ਹਾਰਟ ਬੀਟ ਸੁਣ ਕੇ ਸਟੈਥੋਸਕੋਪ ਦੁਆਰਾ। ਬਾਏ ਦਾ ਐਂਡ ਆਫ 2nd month ਆਫ ਪ੍ਰੈਗਨੈਂਸੀ ਦੇ ਵਿੱਚ ਫੀਟਸ ਦੀ ਲਿੰਬਸ, ਲੱਤਾਂ ਬਾਹਾਂ, ਡਿਜਿਟਸ, ਉਂਗਲਾਂ ਵਗੈਰਾ, ਲੱਤਾਂ ਬਾਹਾਂ ਤੇ ਉਂਗਲਾਂ ਵਗੈਰਾ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਬਾਏ ਦਾ ਐਂਡ ਆਫ 12 ਵੀਕਸ ਮੀਨਸ 2nd month 3rd month ਜਿਹਨੂੰ ਅਸੀਂ 3 ਮਹੀਨਿਆਂ ਨੂੰ ਫਸਟ ਟ੍ਰਾਈਮੈਸਟਰ ਵੀ ਬੋਲਦੇ ਆ। ਇਹਦੇ ਵਿੱਚ ਉਹਦੇ ਮੇਜਰ ਔਰਗਨ ਬਣਨੇ ਬੋਡੀ ਦੇ ਬਣਨੇ ਸ਼ੁਰੂ ਹੋ ਜਾਂਦੇ ਆ। ਲਿੰਬਸ ਵੀ, ਜੈਨੀਟੀਅਲ ਔਰਗਨਸ ਵੀ, ਹੋਰ ਡਿਵੈਲਪਮੈਂਟ ਵੀ ਹੋ ਜਾਂਦੀ ਹੈ। The first movement of the fetus and appearance of hair on the head are usually observed during the 5th month. 5th month ਦੇ ਉੱਤੇ ਫੀਟਸ ਦੀ ਜਿਹੜੀ ਪਹਿਲੀ ਮੂਵਮੈਂਟ ਆ ਮਤਲਬ ਉਹ ਹਿੱਲਣਾ ਸ਼ੁਰੂ ਕਰਦਾ ਆ 5th month 'ਤੇ ਆ ਕੇ, ਜਿਹਨੂੰ ਮਦਰ ਦੀ ਕਿਕਿੰਗ ਕਰਦਾ ਆ, ਲੱਤ ਮਾਰਦਾ, ਉਹਨੂੰ ਕਿਕਿੰਗ ਕਰਨਾ ਕਹਿੰਦੇ ਨੇ। ਉਹ ਮਹਿਸੂਸ ਹੁੰਦਾ ਆ ਜਦੋਂ ਸਟਮਕ 'ਚ ਪੈਂਦੀ ਆ, ਕਿਕਿੰਗ ਹੁੰਦੀ ਆ ਤਾਂ ਮਹਿਸੂਸ ਹੋ ਜਾਂਦੀ ਹੈ। ਬਾਏ ਦਾ ਐਂਡ ਆਫ 24 ਵੀਕ 6 month ਦੇ ਐਂਡ ਦੇ ਉੱਤੇ ਜਿਹਨੂੰ 2nd ਟ੍ਰਾਈਮੈਸਟਰ ਕਹਿੰਦੇ ਆ, ਬੋਡੀ ਦੇ ਉੱਤੇ ਛੋਟੇ ਛੋਟੇ ਹੇਅਰਸ ਵੀ ਆ ਜਾਂਦੇ ਆ। ਫਸਟ ਮੂਵਮੈਂਟ ਫੀਟਸ ਦੀ ਤੁਸੀਂ 5th month 'ਤੇ ਦੇਖਦੇ ਹੋ ਅਤੇ ਹੇਅਰ ਸਿਰ 'ਤੇ ਆ ਜਾਂਦੇ ਆ, ਬਟ 6 month ਦੇ ਵਿੱਚ ਬਾਅਦ ਤੁਹਾਡੀ ਬੋਡੀ 'ਤੇ ਵੀ ਉਹਦੀ ਹੇਅਰ ਆ ਜਾਂਦੇ ਆ। ਅੱਖਾਂ 'ਤੇ ਉੱਤੇ ਆਈ ਲਿਡਸ ਬਣ ਜਾਂਦੇ ਆ, ਠੀਕ ਆ, ਅਲੱਗ ਤੋਂ ਆਈ ਲਿਡ ਬਣਦੇ ਆ, ਆਈ ਲੈਸ਼ਸ ਵੀ ਬਣ ਜਾਂਦੀਆਂ ਨੇ। ਬਾਏ ਦਾ ਐਂਡ ਆਫ 9 month ਆਫ ਪ੍ਰੈਗਨੈਂਸੀ ਫੀਟਸ ਫੁੱਲੀ ਡਿਵੈਲਪ ਬਣ ਗਿਆ ਹੁੰਦਾ ਐਂਡ ਦੈਟ ਇਜ਼ ਰੈਡੀ ਫਾਰ ਡਿਲੀਵਰੀ ਦੇ ਲਈ ਉਹ ਰੈਡੀ ਆ। ਦਿਸ ਇਜ਼ ਅਬਾਊਟ ਯੂਅਰ ਟਰਮ। ਨੈਕਸਟ ਇਜ਼ ਪਾਰਚੂਰੇਸ਼ਨ ਐਂਡ lactation.